ਬਹੁਤ ਹੀ ਸਤਿਕਾਰਯੋਗ ਮੁਅੱਜ਼ਿਜ਼ ਹਾਜ਼ਰੀਨ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਪਿਆਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰੋਨਾ ਕੋਵਿਡ-19 ਫੈਲੀ ਹੋਈ ਮਹਾਮਾਰੀ ਦੇ ਬਾਰੇ ਅਸੀਂ ਸਾਰੇ ਜਾਣਦੇ ਹਾਂ। ਬੇਸ਼ੱਕ ਕਿ ਅਜੇ ਤੱਕ ਇਹ ਚਰਚਾਵਾਂ ਵੀ ਕਿਸੇ ਅੰਤਮ ਸਿੱਟੇ ਦੇ ਉੱਪਰ ਨਹੀਂ ਪਹੁੰਚੀਆਂ ਕਿ ਇਹ ਕੁਦਰਤੀ ਕੋਈ ਮਹਾਮਾਰੀ ਹੈ ਜਾਂ ਫਿਰ ਇਹ ਜਿਹੜਾ ਵਾਇਰਸ ਹੈ ਇਹ ਗੈਰ ਕੁਦਰਤੀ ਹੈ, ਭਾਵ ਕਿ ਤਿਆਰ ਕੀਤਾ ਗਿਆ ਹੈ। ਬਹੁਤ ਸਾਰੇ ਕਹਿ ਸਕਦੇ ਹੋ ਕਿ ਇਸ ਤਰ੍ਹਾਂ ਦੇ ਖੋਜ ਪੱਤਰ, ਇਸ ਤਰ੍ਹਾਂ ਦੀਆਂ ਖਬਰਾਂ ਇਹ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਪਰ ਨੇ। ਹੁਣ ਸਭ ਤੋਂ ਵੱਡੀ ਅਹਿਮ ਗੱਲ ਹੈ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀ ਇਸ ਦੀ ਦੂਜੀ ਲਹਿਰ ਆਈ ਉਸ ਦੇ ਨਾਲ ਪਹਿਲਾਂ ਨਾਲੋਂ ਵੀ ਵੱਧ ਨੁਕਸਾਨ ਹੋਇਆ। ਜੇਕਰ ਅਸੀਂ ਕਹਿ ਸਕਦੇ ਹੋ ਕਿ ਜਿਹੜਾ ਸਾਡਾ ਸਿਹਤ ਵਿਭਾਗ ਦਾ ਨਜ਼ਰੀਆ, ਜੇ ਉਸ ਨਜ਼ਰੀਏ ਤੋਂ ਵੇਖੀਏ ਤਾਂ ਇਸ ਨੂੰ ਕਿਹਾ ਜਾਂਦਾ ਹੈ ਕਿ ਜਿਹੜੀ ਵਾਇਰਸ ਦੀ ਮਿਊਟੇਸ਼ਨ ਹੈ ਜਿਹਦੇ ਤੋਂ ਬਾਅਦ ਕਹਿ ਸਕਦੇ ਹੋ ਕਿ ਇੱਕ ਨਵਾਂ ਰੂਪ ਸਾਹਮਣੇ ਆਉਂਦਾ ਹੈ। ਨਵਾਂ ਰੂਪ ਜਿਹੜਾ ਸਾਹਮਣੇ ਆਉਂਦਾ ਹੈ ਉਹਦਾ ਸਭ ਤੋਂ ਅਹਿਮ ਪੱਖ ਇਹ ਹੁੰਦਾ ਹੈ ਕਿ ਜਿਹੜੀਆਂ ਪਹਿਲੀਆਂ ਚੱਲ ਰਹੀਆਂ ਦਵਾਈਆਂ ਜਾਂ ਫਿਰ ਕਹਿ ਸਕਦੇ ਹੋ ਕਿ ਪਹਿਲੀ ਜਿਹੜੀ ਰੱਖਿਆ ਪ੍ਰਣਾਲੀ ਹੁੰਦੀ ਹੈ ਇਹ ਉਹਦੇ ਤੋਂ ਬਚਣ ਦੀ ਵੱਧ ਸਮਰੱਥਾ ਰੱਖਦਾ ਹੈ। ਭਾਵ ਕਿ ਪਹਿਲੇ ਜਿਹੜਾ ਵਾਇਰਸ ਦਾ ਜਿਹੜੀ ਕਹਿ ਸਕਦੇ ਹੋ ਕਿ ਪਹਿਲਾ ਰੂਪ ਹੁੰਦਾ ਹੈ ਉਹਦੇ ਉੱਪਰ ਜਿਹੜੀਆਂ ਦਵਾਈਆਂ ਅਸਰਦਾਰ ਹੁੰਦੀਆਂ ਨੇ ਇਹ ਉਹਨਾਂ ਤੋਂ ਬਚਣ ਦੀ ਵੱਧ ਸਮਰੱਥਾ ਜਿਹੜੀ ਹੈ ਉਹ ਰੱਖਦਾ ਹੈ। ਇਸ ਕਰਕੇ ਇਸ ਦਾ ਨਾਮ ਜਿਹੜਾ ਸੀਗਾ ਉਹ ਡੈਲਟਾ ਦਿੱਤਾ ਗਿਆ। ਇਸ ਤੋਂ ਪਹਿਲਾਂ ਜਦੋਂ ਐਲਫਾ ਵਾਇਰਸ ਦੀ ਗੱਲ ਕਰੀਏ, ਜਿਸ ਨੂੰ ਕੋਵਿਡ ਐਲਫਾ ਦਾ ਨਾਮ ਦਿੱਤਾ ਗਿਆ ਸੀ, ਉਹ ਇੰਗਲੈਂਡ ਦੇ ਵਿੱਚ ਸੀ। ਇੰਗਲੈਂਡ ਦੇ ਵਿੱਚ ਫਿਰ ਹੁਣ ਡੈਲਟਾ ਦੀ ਵੀ ਇੱਕ ਵੇਵ ਜਿਹੜੀ ਹੈ ਕੁਝ ਖਬਰਾਂ ਦੇ ਵਿੱਚ ਆਈ ਅਤੇ ਕਿਹਾ ਗਿਆ ਕਿ ਉੱਥੇ ਵੀ ਦੁਬਾਰਾ ਜਿਹੜਾ ਲੋਕਡਾਊਨ ਕਰਨਾ ਪਿਆ। ਹੁਣ ਜਦੋਂ ਤੀਸਰੀ ਕਹਿ ਸਕਦੇ ਹੋ ਕਿ ਲਹਿਰ ਜਿਹਦੇ ਬਾਰੇ ਗੱਲਾਂ ਬਾਤਾਂ ਹੋ ਰਹੀਆਂ ਨੇ, ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਔਰ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਹੁਣ ਕਰੋਨਾ ਦੀ ਤੀਸਰੀ ਲਹਿਰ ਆਵੇਗੀ। ਕੋਈ ਸ਼ੱਕ ਨਹੀਂ, ਪਹਿਲੀ ਦੇ ਵਿੱਚ ਵੀ ਬਹੁਤ ਨੁਕਸਾਨ ਹੋਇਆ ਹੈ। ਜਿਹੜੇ ਲੋਕ ਆਪਣੀਆਂ ਜਾਨਾਂ ਗਵਾ ਗਏ ਉਹ ਵਾਪਸ ਨਹੀਂ ਆ ਸਕਦੇ। ਆਰਥਿਕ ਪੱਧਰ ਦੇ ਉੱਪਰ ਵੀ ਲੋਕਾਂ ਦਾ ਬਹੁਤ ਨੁਕਸਾਨ ਹੋਇਆ। ਉਸ ਤੋਂ ਇਲਾਵਾ ਬਹੁਤ ਲੋਕਾਂ ਨੂੰ ਕਹਿ ਸਕਦੇ ਹੋ ਕਿ ਜਾਨੀ ਅਤੇ ਮਾਲੀ ਨੁਕਸਾਨ ਤੋਂ ਇਲਾਵਾ ਜਿਹੜਾ ਇੱਕ ਅਹਿਮ ਨੁਕਸਾਨ ਜਿਹੜਾ ਉਹ ਸਾਹਮਣਾ ਕਰਨਾ ਪਿਆ ਕਿ ਇਸ ਬਿਮਾਰੀ ਦੀ ਇੱਕ ਵਾਰੀ ਲਾਗ ਲੱਗਣ ਤੋਂ ਬਾਅਦ ਅਜੇ ਤੱਕ ਉਹ ਦੁਬਾਰਾ ਤੰਦਰੁਸਤੀ ਦੀ ਪਹਿਲਾਂ ਵਾਲੀ ਜਿਹੜੀ ਹਾਲਤ ਹੈ ਉਹਦੇ ਵਿੱਚ ਨਹੀਂ ਆ ਸਕੇ। ਜਦੋਂ ਅਸੀਂ ਇਸ ਦੇ ਨਵੇਂ ਰੂਪ ਦੀ ਗੱਲ ਕਰਦੇ ਹਾਂ ਤਾਂ ਇਹ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਜਦੋਂ ਪਹਿਲਾਂ ਅਸੀਂ ਕੋਵਿਡ-19 ਦੀ ਗੱਲ ਕਰਦੇ ਸੀ ਉਹਦੇ ਤੋਂ ਬਾਅਦ ਜਦੋਂ ਦੂਜੀ ਲਹਿਰ ਆਈ ਤਾਂ ਅਸੀਂ ਡੈਲਟਾ ਉਸ ਦਾ ਨਾਮ ਦੇ ਦਿੱਤਾ। ਹੁਣ ਡੈਲਟਾ ਪਲੱਸ ਦੀ ਜਿਹੜੀ ਗੱਲ ਹੈ ਉਹ ਆ ਰਹੀ ਹੈ, ਜਿਸ ਨੂੰ ਤੀਜੀ ਲਹਿਰ ਦਾ ਜਿਹੜਾ ਉਹ ਨਾਮ ਦਿੱਤਾ ਜਾ ਰਿਹਾ। ਇਹਦੇ ਬਾਰੇ ਸਮਝਣਾ ਇਸ ਕਰਕੇ ਜ਼ਰੂਰੀ ਹੈ ਕਿ ਜੇਕਰ ਅਸੀਂ ਪੰਜਾਬੀ ਦੇ ਵਿੱਚ, ਅਸੀਂ ਸਾਰੇ ਜ਼ਿਆਦਾਤਰ ਜਿਹੜੇ ਮੈਨੂੰ ਸੁਣ ਰਹੇ ਹੁੰਦੇ ਨੇ, ਚਾਹੇ ਦੇਸ਼ਾਂ 'ਚ ਨੇ ਚਾਹੇ ਵਿਦੇਸ਼ਾਂ 'ਚ ਨੇ, ਜ਼ਿਆਦਾਤਰ ਅਸੀਂ ਪੰਜਾਬੀ ਲੋਕ ਹਾਂ। ਸੋ ਜੇਕਰ ਮੈਂ ਪੰਜਾਬੀ ਦੇ ਵਿੱਚ ਸਮਝਾਉਣਾ ਹੋਵੇ ਤਾਂ ਕੋਈ ਸਮਾਂ ਸੀ ਜਦੋਂ ਮੱਛਰ ਤੋਂ ਮਲੇਰੀਆ ਫੈਲਦਾ ਸੀ ਅਤੇ ਘਰਾਂ ਦੇ ਵਿੱਚ ਤਕਰੀਬਨ ਸਾਲ ਦੇ ਵਿੱਚ ਇੱਕ ਅੱਧੀ ਵਾਰੀ DDT ਦਾ ਛਿੜਕਾਅ ਕੀਤਾ ਜਾਂਦਾ ਸੀ, ਜਿਹੜੀ ਆਪਣੇ ਚਿੱਟੇ ਪਾਊਡਰ ਦੇ ਰੂਪ ਦੇ ਵਿੱਚ ਹੁੰਦੀ ਸੀ, ਅਤੇ ਅਸੀਂ ਮੱਛਰ ਮਾਰ ਦਵਾਈ ਉਹਨੂੰ ਕਿਹਾ ਕਰਦੇ ਸੀਗੇ, ਡਾਈਫਿਨਾਈਲ ਟ੍ਰਾਈਕਲੋਰੋਈਥੇਨ ਜਿਹੜੀ ਹੁੰਦੀ ਸੀਗੀ DDT। ਸੋ ਹੌਲੀ ਹੌਲੀ ਕੀ ਹੋਇਆ ਕਿ DDT ਨਾਲ ਹੁਣ ਮੱਛਰ ਨਹੀਂ ਮਰਦਾ, ਪਰ ਮਲੇਰੀਆ ਤੋਂ ਬਾਅਦ ਉਸ ਤੋਂ ਬਾਅਦ ਕਹਿ ਸਕਦੇ ਹੋ ਕਿ ਡੇਂਗੂ ਦੀ ਗੱਲ ਆ ਗਈ। ਡੇਂਗੂ ਤੋਂ ਬਾਅਦ ਜਿਹੜੀ ਸੀ ਉਹ ਜ਼ੀਕਾ ਦੀ ਗੱਲ ਆ ਗਈ। ਇਹ ਸਾਰੇ ਸੀ ਤਾਂ ਕਹਿ ਸਕਦੇ ਹੋ ਕਿ ਇੱਕ ਤਰ੍ਹਾਂ ਦੇ ਬੁਖਾਰ ਹੀ, ਪਰ ਇਹਨਾਂ ਦਾ ਕਾਰਨ ਮੱਛਰ ਸੀ। ਔਰ ਇੱਥੋਂ ਦੀ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਸਾਂਝੀ ਕਰਦਾ। ਮਨੁੱਖ ਦੀ ਮਾਨਸਿਕਤਾ ਦੇ ਉੱਪਰ ਇਹਨਾਂ ਦਾ ਇੱਕ ਭੈ ਜਿਹੜਾ ਹੁੰਦਾ ਉਹ ਇਸ ਡਰ ਦੇ ਨਾਲ ਵੀ ਸਿਰਜਿਆ ਜਾਂਦਾ ਹੈ ਕਿ ਜਦੋਂ ਜਿਨ੍ਹਾਂ ਦਿਨਾਂ ਦੇ ਵਿੱਚ ਇਹ ਮੱਛਰ ਦੇ ਉੱਪਰੋਂ ਇਹ ਜਿਹੜਾ ਜ਼ੀਕਾ ਵਾਇਰਸ ਹੈ ਇਹ ਆਇਆ, ਅਤੇ ਉਹਨਾਂ ਦਿਨਾਂ ਦੇ ਵਿੱਚ ਹੀ ਟਾਟਾ ਕੰਪਨੀ ਨੇ ਆਪਣੀ ਇੰਡੀਕਾ ਨੂੰ ਬੰਦ ਕਰਨ ਤੋਂ ਬਾਅਦ ਆਪਣੀ ਅਗਲੀ ਕਾਰ ਜਿਹੜੀ ਆ ਉਹ ਲਾਂਚ ਕਰਨੀ ਸੀ। ਉਹਦਾ ਨਾਮ ਉਹਨਾਂ ਰੱਖਿਆ ਟਾਟਾ ਜ਼ੀਕਾ। ਵੈਸੇ ਫ਼ਰਕ ਇੰਨਾ ਸੀ ਕਿ ਕਾਰ ਦਾ ਨਾਮ ZICA ਸੀ, ਅਤੇ ਜਿਹੜਾ ਉਹਨਾਂ ਦਿਨਾਂ ਦੇ ਵਿੱਚ ਹੀ ਵਾਇਰਸ ਆ ਗਿਆ ਉਹਦਾ ਨਾਮ ZIKA ਸੀ, ਪਰ ਉਹਦਾ ਉਚਾਰਨ ਜ਼ੀਕਾ ਹੀ ਹੁੰਦਾ ਸੀ। ਉਹਦੇ ਕਰਕੇ ਉਹਨਾਂ ਨੂੰ ਆਪਣੀ ਕਾਰ ਦਾ ਨਾਮ ਜਿਹੜਾ ਸੀ ਉਹ ਬਦਲਣਾ ਪਿਆ, ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਉਸ ਦੇ ਨਾਮ ਦੇ ਪ੍ਰਤੀ ਜਿਹੜੀ ਹੈ ਉਹ ਇੱਕ ਘਿਰਣਾ ਜਿਹੜੀ ਸੀ ਉਹ ਪੈਦਾ ਹੋ ਗਈ ਸੀ। ਕਿਉਂਕਿ ਜਿਸ ਚੀਜ਼ ਤੋਂ ਕਹਿ ਸਕਦੇ ਹਾਂ ਕਿ ਸਾਨੂੰ ਜਾਨੀ ਨੁਕਸਾਨ ਦਾ ਡਰ ਹੁੰਦਾ ਹੈ,
ਕੁਦਰਤੀ ਉਹਦੇ ਪ੍ਰਤੀ ਜਿਹੜੀ ਉਹ ਸਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਇੱਕ ਘਿਰਨਾ ਜਿਹੜੀ ਉਹ ਜਨਮ ਲੈ ਲੈਂਦੀ ਹੈ। ਪਰ ਸਾਨੂੰ ਇੱਕ ਗੱਲ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਜੇਕਰ ਇਹ ਬਿਮਾਰੀ ਕੁਦਰਤੀ ਹੈ ਜਾਂ ਫਿਰ ਇਹ ਗੈਰ ਕੁਦਰਤੀ ਹੈ, ਉਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਆਪਣੇ ਆਪ ਨੂੰ ਇਸ ਬਿਮਾਰੀ ਤੋਂ ਬਚਾਉਣ ਦੇ ਵਾਸਤੇ ਜਿੰਨੇ ਕੁ ਕਹਿ ਸਕਦੇ ਹੋ ਕਿ ਹਦਾਇਤਾਂ ਨੇ ਜਾਂ ਜਿੰਨੀਆਂ ਕਿ ਸਾਨੂੰ ਕਹਿ ਸਕਦੇ ਹੋ ਕਿ ਨਿਯਮਾਂ ਦੀ ਪਾਲਣਾ ਕਰਨ ਦੀ ਸਿਹਤ ਵਿਭਾਗ ਦੇ ਵੱਲੋਂ ਗੱਲ ਕਹੀ ਜਾਂਦੀ ਹੈ, ਅਸੀਂ ਜਿੰਨੇ ਕੁ ਰੱਖ ਸਕਦੇ ਹਾਂ ਓਨੇ ਕੁ ਤਾਂ ਜ਼ਰੂਰ ਜਿਹੜਾ ਉਹ ਰੱਖੀਏ, ਕੋਸ਼ਿਸ਼ ਕਰੀਏ। ਬਾਕੀ ਤਾਂ ਫਿਰ ਜਦੋਂ ਅਸੀਂ ਧਾਰਮਿਕ ਪ੍ਰਵਿਰਤੀ 'ਚ ਵੇਖਦੇ ਹਾਂ ਤਾਂ ਸਾਡੇ ਕੋਲ ਕਹਿਣ ਨੂੰ ਇੱਕ ਗੱਲ ਹੁੰਦੀ ਹੈ ਕਿ ਜੋ ਪਰਮਾਤਮਾ ਦੇ ਹੱਥ ਦੇ ਵਿੱਚ ਹੈ ਉਹੀ ਵਾਪਰਨਾ ਹੈ, ਸਭ ਕੁਛ ਪਰਮਾਤਮਾ ਨੇ ਹੀ ਕਰਨਾ ਹੈ। ਸੋ ਜਦੋਂ ਹੁਣ ਅਸੀਂ ਡੈਲਟਾ ਦੀ ਗੱਲ ਕੀਤੀ ਹੈ ਕਿ ਜਿਹੜਾ ਕੋਵਿਡ ਦਾ ਜਿਹੜੀ ਦੂਜੀ ਲਹਿਰ ਆਈ, ਉਹਦੇ ਡੈਲਟਾ ਜਿਹੜਾ ਉਹਦਾ ਵਰਸ਼ਨ ਸੀ ਉਸ ਮਿਊਟੇਸ਼ਨ ਦੇ ਰੂਪ ਦੇ ਵਿੱਚ, ਅਤੇ ਉਹਦੇ ਨਾਲ ਨੁਕਸਾਨ ਜ਼ਿਆਦਾ ਹੋਇਆ। ਹੁਣ ਜਿਹੜੀ ਤੀਜੀ ਡੈਲਟਾ ਪਲੱਸ ਦੀ ਗੱਲ ਕੀਤੀ ਜਾ ਰਹੀ ਹੈ, ਜਿਹਦੇ ਬਾਰੇ ਇਹ ਵੀ ਕਿਹਾ ਜਾ ਰਿਹਾ ਕਿ ਇਹਦੀ ਜਿਹੜੀ ਹੈ ਉਹ ਫੈਲਣ ਦੀ ਜਿਹੜੀ ਕਹਿ ਸਕਦੇ ਹੋ ਕਿ ਪ੍ਰਕਿਰਿਆ ਉਹ ਵੀ ਜ਼ਿਆਦਾ ਹੋਵੇਗੀ। ਇਹਦੇ ਉੱਪਰ ਜਿਹੜੀਆਂ ਦਵਾਈਆਂ ਨੇ ਉਹਨਾਂ ਦਾ ਜਿਹੜੀਆਂ ਪਹਿਲੀਆਂ ਦਵਾਈਆਂ ਅਸੀਂ ਵਰਤ ਚੁੱਕੇ ਹਾਂ ਇਹ ਉਹਨਾਂ ਤੋਂ ਬਹੁਤ ਘੱਟ ਅਸਰ ਅੰਦਾਜ਼ ਹੋਵੇਗਾ। ਔਰ ਦੂਸਰੀ ਗੱਲ ਕਿ ਇਹਦਾ ਫੈਲਾਅ ਜ਼ਿਆਦਾ ਜਗ੍ਹਾ ਦੇ ਵਿੱਚ ਹੋਵੇਗਾ। ਬੇਸ਼ੱਕ ਕਿ ਅਜੇ ਭਾਰਤ ਦੇ ਵਿੱਚ ਜਾਂ ਇਸ ਦੇਸ਼ ਦੇ ਵਿੱਚ ਅਜੇ ਕੋਈ ਜ਼ਿਆਦਾ ਕੇਸ ਨਹੀਂ ਆਏ, ਹੁਣ ਤੱਕ ਤਕਰੀਬਨ 10 ਸਟੇਟਾਂ ਦੇ ਵਿੱਚ 60 ਤੋਂ ਘੱਟ ਕੇਸ ਨੇ। ਪਰ ਅਜੇ ਵੀ ਜੇਕਰ ਅਸੀਂ ਧਿਆਨ ਰੱਖੀਏ ਤਾਂ ਇਹ ਜਿਹੜੀ ਤੀਜੀ ਲਹਿਰ ਹੈ ਇਸ ਤੋਂ ਕਹਿ ਸਕਦੇ ਹਾਂ ਕਿ ਫੈਲਣ ਤੋਂ ਜਾਂ ਇਸ ਤੋਂ ਕਿਤੇ ਨਾ ਕਿਸੇ ਰੂਪ 'ਚ ਪ੍ਰਭਾਵਿਤ ਹੋਣ ਤੋਂ ਜਿਹੜਾ ਉਹ ਬਚਿਆ ਜਾ ਸਕਦਾ। ਅਤੇ ਜਿਹੜੀ ਮੈਂ ਤੁਹਾਡੇ ਨਾਲ ਇੱਕ ਹੋਰ ਵੀ ਅਹਿਮ ਗੱਲ ਕਰਨੀ ਸੀ ਕਿ ਬੇਸ਼ੱਕ ਜੇ ਕੋਵਿਡ ਦੀ ਵੀ ਅਸੀਂ ਗੱਲ ਕਰੀਏ ਤਾਂ ਇਹਦੀ ਐਲਫਾ ਜਿਹੜੀ ਸੀ ਉਹ ਲਹਿਰ ਆ ਗਈ। ਉਸ ਤੋਂ ਬਾਅਦ ਇਹਦੀਆਂ ਇੱਕ ਤਰ੍ਹਾਂ ਦੇ ਨਾਲ ਦੋ ਰੂਪ ਹੋਰ, ਇੱਕ ਦੱਖਣੀ ਅਫਰੀਕਾ ਦੇ ਵਿੱਚ ਅਤੇ ਇੱਕ ਬ੍ਰਾਜ਼ੀਲ ਦੇ ਵਿੱਚ। ਇੱਕ ਨੂੰ ਕਹਿ ਸਕਦੇ ਹੋ ਕਿ ਬੀਟਾ ਕਿਹਾ ਗਿਆ ਔਰ ਇੱਕ ਨੂੰ ਗਾਮਾ ਕਿਹਾ ਗਿਆ। ਐਲਫਾ, ਬੀਟਾ, ਗਾਮਾ, ਡੈਲਟਾ ਜਿਹੜੇ ਇਸ ਤਰ੍ਹਾਂ ਨਾਮ ਦਿੱਤੇ ਜਾਂਦੇ ਨੇ ਕਿ ਉਹ ਜਿਹੜੀਆਂ ਕਹਿ ਸਕਦੇ ਹੋ ਕਿ ਇਹਦੇ ਰੂਪ ਨੇ ਉਹ ਵੀ ਹੋਰ ਦੇਸ਼ਾਂ ਦੇ ਵਿੱਚ ਆ ਚੁੱਕੇ ਨੇ। ਅਤੇ ਹੁਣ ਇਹ ਕਹਿ ਸਕਦੇ ਹੋ ਕਿ ਜਿਹੜਾ ਚੌਥਾ ਰੂਪ ਡੈਲਟਾ ਸੀ, ਡੈਲਟਾ ਤੋਂ ਹੁਣ ਅਗਲੇ ਜਿਹੜੀ ਲਹਿਰ ਦੀ ਗੱਲ ਕੀਤੀ ਜਾ ਰਹੀ ਹੈ ਉਹ ਡੈਲਟਾ ਪਲੱਸ ਦੀ ਗੱਲ ਕੀਤੀ ਜਾ ਰਹੀ ਹੈ। ਕੋਈ ਸ਼ੱਕ ਨਹੀਂ ਕਿ ਜੇਕਰ ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਝਾਤੀ ਮਾਰੀਏ ਤਾਂ ਉਹਨਾਂ ਦੇਸ਼ਾਂ ਦੇ ਵਿੱਚ, ਅਮਰੀਕਾ ਦੇ ਵਿੱਚ, ਇੰਗਲੈਂਡ ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ ਸਰਕਾਰਾਂ ਨੇ ਪ੍ਰਭਾਵਿਤ ਵਿਅਕਤੀਆਂ ਤੋਂ ਮਦਦ ਮੰਗੀ। ਪਰ ਇੱਕ ਹਿੰਦੁਸਤਾਨ ਜਾਂ ਭਾਰਤ ਸੀ ਜਿੱਥੇ ਕਿ ਸਰਕਾਰ ਦੇ ਵੱਲੋਂ ਲੋਕਾਂ ਤੋਂ ਮਦਦ ਮੰਗੀ ਜਾ ਰਹੀ ਸੀ ਕਿ ਪ੍ਰਧਾਨ ਮੰਤਰੀ ਰਾਹਤ ਕੋਸ਼ ਦੇ ਵਿੱਚ ਜਿਹੜੇ ਉਹ ਪੈਸੇ ਉਹ ਦਿੱਤੇ ਜਾਣ ਤਾਂ ਜੋ ਕਰੋਨਾ ਦੇ ਨਾਲ ਲੜਾਈ ਲੜੀ ਜਾ ਸਕੇ। ਇਹ ਉਹੀ ਸਰਕਾਰ ਸੀ ਜਿਸ ਦੀ ਆਮਦ ਤੋਂ ਪਹਿਲਾਂ ਬੜੇ ਵੱਡੇ ਨਾਅਰੇ ਲਗਾਏ ਗਏ ਸੀਗੇ ਕਿ ਜੇਕਰ ਸਾਡੀ ਸਰਕਾਰ ਆ ਗਈ ਤਾਂ ਅਸੀਂ ਜਿੰਨਾ ਵੀ ਕਾਲਾ ਧਨ ਸਵਿਟਜ਼ਰਲੈਂਡ ਦੀਆਂ ਬੈਂਕਾਂ ਦੇ ਵਿੱਚ ਪਿਆ ਹੋਇਆ ਹੈ ਸਾਰੇ ਨੂੰ ਵਾਪਸ ਜੇਕਰ ਲੈ ਆਵਾਂਗੇ ਅਤੇ ਉਹਦੇ ਨਾਲ ਹਰ ਵਿਅਕਤੀ ਦੇ ਖਾਤੇ ਦੇ ਵਿੱਚ 15 ਲੱਖ ਰੁਪਈਆ ਆਵੇਗਾ। ਸੋ ਲੋਕ ਤਾਂ 15 ਲੱਖ ਨੂੰ ਉਡੀਕਦੇ ਰਹੇ ਅਤੇ ਲੋਕਾਂ ਨੂੰ ਆ ਜਾ ਕੇ ਲਾਸ਼ਾਂ ਦੇ ਉੱਪਰ ਕਫਨ ਜਾਂ ਲਾਸ਼ਾਂ ਨੂੰ ਸੰਸਕਾਰ ਕਰਨ ਵਾਸਤੇ ਜਗ੍ਹਾ ਵੀ ਨਸੀਬ ਨਾ ਹੋਈ। ਪਰ ਇਸੇ ਹੀ ਦੇਸ਼ ਦੇ ਵਿੱਚ ਇੱਕ ਭਾਈਚਾਰਾ ਐਸਾ ਵੀ ਹੈ ਜਿਹੜਾ ਇਸ ਮਹਾਂਮਾਰੀ ਦੇ ਵਿੱਚ ਵੀ ਬਹੁਤ ਸਾਰੀ ਕਮਾਈ ਕਰਦਾ ਹੈ, ਜਾਂ ਮੈਂ ਕਹਿ ਸਕਾਂ ਕਿ ਇੱਕ ਇਵੇਂ ਦਾ ਉਹ ਕਹਿ ਸਕਦੇ ਹੋ ਕਿ ਦੈਂਤ ਹੈ ਜਿਹੜਾ ਇਸ ਮਹਾਂਮਾਰੀ ਦੇ ਵਿੱਚ ਵੀ ਗਰੀਬਾਂ ਦਾ ਜਾਂ ਆਮ ਮੱਧ ਵਰਗੀ ਲੋਕਾਂ ਦਾ ਜਿਹੜਾ ਉਹ ਖੂਨ ਚੂਸਦਾ ਹੈ। ਉਹ ਗੱਲ ਉਸ ਵੇਲੇ ਸਾਹਮਣੇ ਆਈ ਜਦੋਂ ਕੁਛ ਦਿਨ ਪਹਿਲਾਂ ਹੀ ਨੈਸ਼ਨਲ ਸਵਿਸ ਬੈਂਕ ਜਿਹੜੀ ਹੈ ਉਹਦੇ ਵੱਲੋਂ ਜਦੋਂ ਕਹਿ ਸਕਦੇ ਹੋ ਕਿ ਇਹ ਪ੍ਰਗਟਾਵਾ ਕੀਤਾ ਗਿਆ ਕਿ ਭਾਰਤੀਆਂ ਦੇ ਵੱਲੋਂ ਪਿਛਲੇ ਸਾਲ ਦੇ ਵਿੱਚ ਸਵਿਸ ਬੈਂਕਾਂ ਦੇ ਵਿੱਚ ਜਿਹੜਾ ਪੈਸਾ ਜਮ੍ਹਾਂ ਕਰਾਇਆ ਗਿਆ ਹੈ ਉਹ ਪਿਛਲੇ 13 ਸਾਲਾਂ ਤੋਂ ਸਭ ਤੋਂ ਵੱਧ ਹੈ। ਹੁਣ ਇਹ ਇੱਕ ਸੋਚਣ ਵਾਲੀ ਗੱਲ ਹੈ ਕਿ ਜਦੋਂ ਦੇਸ਼ ਦੇ ਲੋਕ ਬਿਮਾਰੀ ਨਾਲ ਮਰ ਰਹੇ ਨੇ, ਉਹਨਾਂ ਦੇ ਕੋਲ ਦਵਾਈ ਨਹੀਂ, ਉਹਨਾਂ ਦੇ ਕੋਲ ਵੈਕਸੀਨੇਸ਼ਨ ਨਹੀਂ, ਉਹਨਾਂ ਦੇ ਤਨ ਦੇ ਉੱਪਰ, ਮ੍ਰਿਤਕ ਸਰੀਰ ਦੇ ਉੱਪਰ ਵੀ ਪਾਉਣ ਦੇ ਵਾਸਤੇ ਕਫਨ ਨਹੀਂ, ਸੰਸਕਾਰ ਕਰਨ ਦੇ ਵਾਸਤੇ ਜਾਂ ਦਫਨਾਉਣ ਦੇ ਵਾਸਤੇ ਜਗ੍ਹਾ ਨਹੀਂ, ਪਰ ਉਹਦੇ ਬਾਵਜੂਦ ਵੀ ਕਿਹੜੇ ਲੋਕ ਨੇ ਜਿਹੜਾ ਇੰਨਾ ਵੱਡਾ ਕਹਿ ਸਕਦੇ ਹੋ ਕਿ ਇਸ ਦੇਸ਼ ਦੇ ਵਿੱਚੋਂ ਇੰਨੇ ਵੱਡੀ ਗਿਣਤੀ ਦੇ ਵਿੱਚ ਪੈਸਾ ਲਿਜਾ ਕੇ ਇੰਨੀ ਵੱਡੀ ਜਿਹੜੀ ਅਮਾਊਂਟ ਆ ਉਹ ਸਵਿਸ ਬੈਂਕਾਂ ਦੇ ਵਿੱਚ ਭੇਜ ਰਹੇ ਨੇ। ਜਿਹੜਾ ਸਵਿਸ ਬੈਂਕ ਨੇ ਪ੍ਰਗਟਾਵਾ ਕੀਤਾ ਉਹਨਾਂ ਕਿਹਾ ਕਿ 86% ਵੱਧ ਪੈਸਾ ਜਿਹੜਾ ਉਹ ਭਾਰਤ ਦੇ ਨਾਗਰਿਕਾਂ ਵੱਲੋਂ ਜਾਂ ਭਾਰਤ ਦੇ ਲੋਕਾਂ ਵੱਲੋਂ, ਜਿਹੜੇ ਲੋਕ ਜਾਂ ਜਿਨ੍ਹਾਂ ਲੋਕਾਂ ਦੇ ਸਵਿਸ ਬੈਂਕਾਂ ਦੇ ਵਿੱਚ ਖਾਤੇ ਨੇ, ਜਿਹੜਾ ਕਰੀਬ ਤੁਸੀਂ ਕਹਿ ਸਕਦੇ ਹੋ ਕਿ 20,700 ਕਰੋੜ ਰੁਪਈਆ ਜਿਹੜਾ ਉਹ ਇਸ ਸਮੇਂ ਦੇ ਦੌਰਾਨ ਗਿਆ ਹੈ। ਅਤੇ ਉਹਨਾਂ ਕਿਹਾ ਕਿ ਪਿਛਲੇ 13 ਸਾਲਾਂ ਦੇ ਵਿੱਚ ਇਹ ਸਭ ਤੋਂ ਵੱਧ ਅਮਾਊਂਟ ਹੈ ਜਿਹੜੀ ਪਿਛਲੇ ਸਾਲ ਦੇ ਵਿੱਚ ਭਾਰਤ ਦੇ
ਉਹਨਾਂ ਸਨਅਤਕਾਰਾਂ ਦੇ ਵੱਲੋਂ, ਜਾਂ ਕਹਿ ਸਕਦੇ ਹੋ ਕਿ ਵੱਡੇ ਕਾਰਪੋਰੇਟ ਘਰਾਣਿਆਂ ਦੇ ਵੱਲੋਂ, ਜਾਂ ਜਿਹੜੇ ਬਹੁਤ ਵੱਡੇ ਲੋਕ ਇਸ ਸਮੇਂ ਦੇ ਵਿੱਚ ਵੀ ਕਮਾਈ ਕਰਦੇ ਰਹੇ ਨੇ, ਜਿਹੜੀ ਉਹਨਾਂ ਦੇ ਵੱਲੋਂ ਸਵਿਸ ਬੈਂਕਾਂ ਦੇ ਵਿੱਚ ਜਮ੍ਹਾਂ ਕਰਾਈ ਗਈ ਹੈ। ਇਹ ਸੋਚਣ ਦੀ ਗੱਲ ਹੈ। ਅਤੇ ਸਾਡੇ ਵਰਗੇ ਲੋਕ ਤਾਂ ਅਜੇ 15 ਲੱਖ ਰੁਪਇਆ ਉਡੀਕ ਰਹੇ ਨੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।